ਭਾਵ ਸੰਗਤ ਦਰਸ਼ਨ ਕਰਨ ਦੇ ਲਈ ਆਪ ਜੀ ਕੇ ਇੱਥੇ ਚਰਨਾਂ ਦੇ ਪਾਸ ਜਿਵੇਂ ਸੰਗਤ ਆਉਂਦੀ ਹੈ, ਆਪ ਜੀ ਵੀ ਉਸੇ ਤਰ੍ਹਾਂ ਮਿਲਣ ਆਏ ਹੋ ਜਾਂ ਕੇਵਲ ਕਿਸੇ ਹੋਰ ਮਕਸਦ ਦੇ ਲਈ, ਕਿਸੇ ਹੋਰ ਕਾਰਨ ਕਰਕੇ ਪਹੁੰਚੇ ਹੋ ਜੀ? ਦਰਸ਼ਨ ਹਿਤ ਕੈ ਕਾਰਜ ਔਰ। ਕਾਰਜ ਇਹੀ ਹੈ, ਦਰਸ਼ਨ ਕਰਨੇ ਹਨ ਜਾਂ ਕੋਈ ਹੋਰ ਕਾਰਜ ਹੈ ਜੀ? ਮਿਲ ਆਏ ਤਜ ਕੈ ਨਿਜ ਠੋਰ। ਉਸੇ ਲਈ ਮਿਲ ਕਰਕੇ ਇੱਥੋਂ ਤੱਕ ਪਹੁੰਚੇ ਹੋ, ਭਾਵ ਆਪਣਾ ਦੇਸ਼ ਤਿਆਗ ਕਰਕੇ, ਦੂਰ ਦੇਸ਼ ਤੋਂ ਚੱਲ ਕਰਕੇ ਆਪ ਜੀ ਇੱਥੇ ਸਾਡੇ ਪਾਸ ਪਹੁੰਚਦੇ ਹੋ ਜੀ। ਸੁਨਤ ਦਿਜਨ ਕਰ ਜੋਰੇ ਉਚਾਰੀ। ਤੇ ਜਿਸ ਵਕਤ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਇਹ ਬਚਨ ਕੀਤੇ, ਫਿਰ ਜਿਤਨੇ ਵੀ ਦਿਜਵਰ ਮਹਾਰਾਜ ਜੀ ਕੀ ਹਜ਼ੂਰੀ ਵਿੱਚ ਪਹੁੰਚੇ ਹਨ, ਉਹਨਾਂ ਸਾਰਿਆਂ ਨੇ ਹੱਥ ਜੋੜ ਲਏ ਤੇ ਮਹਾਰਾਜ ਜੀ ਕੇ ਚਰਨਾਂ ਪਾਸ ਫਿਰ ਆਪਣੀ ਜਿਹੜੀ ਬੇਵਲਤਾ ਹੈ, ਪ੍ਰਾਰਥਨਾ ਹੈ, ਉਹ ਇਉਂ ਕੀਤੀ ਹੈ। ਹਸਤਾ ਮਲ ਜਿਮ ਜਾਨੋ ਸਾਰੀ। ਪ੍ਰਥਮ ਕਹਿਣ ਲੱਗੇ ਮਹਾਰਾਜ ਸਾਨੂੰ ਕੁਝ ਦੱਸਣ ਦੀ ਲੋੜ ਨਹੀਂ ਹੈ, ਆਪ ਅੰਤਰਯਾਮੀ ਹੋ ਤੇ ਅੰਤਰਾਤਮੇ ਤੋਂ ਤੁਹਾਨੂੰ ਸਾਰੀ ਖੇਡ ਦੀ ਸਮਝ ਹੈ ਜੀ। ਤੀਨ ਲੋਕ ਕੋ ਅਖਲ ਬਿਰਤੰਤ। ਮਹਾਰਾਜ ਨੂੰ ਕਹਿ ਰਹੇ ਸਨ ਦਿਜਬਰ, ਪ੍ਰਥਮ ਤੇ ਆਪ ਤ੍ਰਿਕਾਲਦਰਸ਼ੀ ਹੋ। ਤ੍ਰਿਕਾਲਦਰਸ਼ੀ ਤੋਂ ਭਾਵ ਹੈ ਤਿੰਨਾਂ ਲੋਕਾਂ ਦੀ ਸੋਝੀ ਰੱਖਣ ਵਾਲੇ ਪੁਰਖ। ਮਾਤ ਲੋਕ, ਪਾਤਾਲ ਲੋਕ, ਆਕਾਸ਼ ਲੋਕ। ਤਿੰਨਾਂ ਲੋਕਾਂ ਦੇ ਵਿੱਚ ਜੋ ਕੁਝ ਵੀ ਵਰਤਦਾ ਹੈ, ਆਪ ਉਹ ਪੁਰਖ ਹੋ ਜਿਨ੍ਹਾਂ ਤੋਂ ਕੁਝ ਵੀ ਕਦੇ ਲੁਕਿਆ ਨਹੀਂ ਕਰਦਾ। ਆਪ ਤਿੰਨਾਂ ਲੋਕਾਂ ਦਾ ਗਿਆਨ ਆਪਣੇ ਅੰਤਰਾਤਮੇ ਅੰਦਰ ਰੱਖਦੇ ਹੋ ਜੀ। ਹਿਰਦੈ ਗਿਆਤ ਸ੍ਰੀ ਗੁਰੂ ਭਗਵੰਤ। ਪੂਰਨ ਗੁਰੂ ਦੇ ਹਿਰਦੇ ਦੇ ਅੰਦਰ ਸਭ ਚੀਜ਼ ਦੀ ਅੰਤਰਯਾਮਤਾ ਹੁੰਦੀ ਹੈ। ਇਸੇ ਲਈ ਅਸੀਂ ਗੁਰੂ ਨੂੰ ਅੰਤਰਯਾਮੀ ਕਹਿੰਦੇ ਹਾਂ, ਕਿਉਂਕਿ ਗੁਰੂ ਨੂੰ ਕਦੇ ਕੁਝ ਆਪਣੇ ਮੁਖ ਤੋਂ ਬੋਲ ਕੇ ਨਹੀਂ ਦੱਸਣਾ ਪੈਂਦਾ। ਉਹ ਆਪਣੇ ਆਪ ਹੀ ਉਸ ਵਰਤਾਂਤ ਨੂੰ ਜਾਣ ਲੈਂਦੇ ਹਨ। ਹਾਂ, ਸੇਵਕ ਤੋਂ ਜ਼ਰੂਰ ਕਈ ਵਾਰ ਉਹਦੇ ਮੁਖ ਤੋਂ ਕਹਾਉਂਦੇ ਹਨ, ਲੇਕਿਨ ਅੰਤਰਾਤਮੇ ਤੋਂ ਗੁਰੂ ਕੋਲ ਇਤਨੀ ਬਖਸ਼ਿਸ਼ ਹੈ ਵੀ ਉਹ ਸਾਰੀ ਗੱਲ ਨੂੰ ਸਹਿਜੇ ਹੀ ਪਕੜ ਲੈਂਦੇ ਹਨ, ਜਾਣਦੇ ਹਨ ਜੀ। ਤੋ ਹੁਕਮ ਬੁਝਨ ਹਿਤ ਕਹਿਓ। ਫਿਰ ਵੀ ਮਹਾਰਾਜ ਜਿਵੇਂ ਆਪ ਜੀ ਸਾਡੇ ਪੁਰ ਇਹ ਵਚਨ ਕਰ ਰਹੇ ਹੋ, ਆਪ ਜੀਆਂ ਦੇ ਹੁਕਮ ਨੂੰ ਮੰਨਦੇ ਹੋਏ ਸੁਨੋ ਪ੍ਰਸੰਗ ਦੇਸ ਜਿਮ ਭਇਓ। ਜੇਕਰ ਆਪ ਜੀਆਂ ਨੇ ਸਾਡੇ ਤੇ ਹੁਕਮ ਕੀਤਾ ਵੀ ਆਪਣੇ ਦੇਸ਼ ਦਾ ਹਾਲ ਸੁਣਾਓ, ਉੱਥੋਂ ਦੇ ਬਿਰਤਾਂਤ ਸੁਣਾਓ, ਫਿਰ ਸਾਡੇ ਦੇਸ਼ ਦਾ ਹਾਲ ਅਸੀਂ ਤੁਹਾਨੂੰ ਸੁਣਾ ਦਿੰਦੇ ਹਾਂ। ਜੋ ਕੁਝ ਉੱਥੇ ਸਾਡੇ ਨਾਲ ਵਰਤ ਰਿਹਾ ਹੈ, ਜੋ ਸਮੇਂ ਦੀ ਹਕੂਮਤ ਕਰ ਰਹੀ ਹੈ, ਤੇ ਜਿਸ ਦੁੱਖ ਦੇ ਵਿੱਚ ਅਸੀਂ ਮੁਸੀਬਤ ਅੰਦਰ ਫਸੇ ਹੋਏ ਹਾਂ। ਚਿਰੰਕਾਲ ਕੋ ਰਾਜ ਜਮਨ ਕੋ। ਕਿਉਂਕਿ ਜਿਹੜੀ ਹਕੂਮਤ, ਜਿਹੜਾ ਰਾਜਾ ਸਾਡੇ ਦੇਸ਼ ਵਿੱਚ ਰਾਜ ਕਰ ਰਿਹਾ, ਉਹ ਬੜੇ ਲੰਬੇ ਸਮੇਂ ਤੋਂ ਉੱਥੋਂ ਦਾ ਰਾਜਾ ਹੈ। ਜਿਵੇਂ ਇਉਂ ਕਹਿ ਲਈਏ ਵੀ ਤੁਰਕ ਮਤ, ਇਸਲਾਮ ਮਤ ਦੇ ਜਿਹੜੇ ਪੈਰੋਕਾਰ ਨੇ, ਉਹ ਇਸ ਹਿੰਦੁਸਤਾਨ ਦੇਸ਼ ਦੇ ਰਾਜੇ ਨੇ ਉਸ ਵਕਤ, ਜਾਂ ਇਉਂ ਬਾਬਰ ਦੇ ਵੇਲੇ ਤੋਂ ਹੀ ਹਿੰਦੁਸਤਾਨ ਦੇ ਅੰਦਰ ਤੁਰਕਾਂ ਦਾ ਰਾਜ ਪ੍ਰਾਰੰਭ ਹੁੰਦਾ ਹੈ। ਤੇ ਅੱਗੇ ਫਿਰ ਜਿੰਨੇ ਇਸ ਹਿੰਦੁਸਤਾਨ ਦੇ ਸੂਬੇ ਸਨ, ਉਹਨਾਂ ਦੇ ਜਿਹੜੇ ਅੱਗੇ ਸੂਬੇਦਾਰ ਥਾਪੇਗਾ, ਉਹ ਵੀ ਸਾਰੇ ਉਸੇ ਮਤ ਦੇ ਹੀ ਨਾਲ ਸੰਬੰਧਿਤ ਸਨ। ਭਾਵੇਂ ਹੁਣ ਸ਼ੇਰ ਅਫਗਾਨ ਖਾਨ ਹੈ, ਇਸ ਤੋਂ ਪਹਿਲਾਂ ਜਿਤਨੇ ਸਨ ਉਹ ਵੀ ਇਸਲਾਮੀ ਸਨ। ਸੋ ਬੜੇ ਲੰਬੇ ਸਮੇਂ ਤੋਂ ਇਹ ਹਕੂਮਤ, ਤੁਰਕਾਂ ਦੀ ਹਕੂਮਤ ਜਿਹੜੀ ਸਾਡੇ ਸੂਬੇ ਉੱਪਰ ਰਾਜ ਕਰਦੀ ਆ ਰਹੀ ਹੈ ਜੀ। ਪੀੜਤ ਪਰਜਾ ਲੇਤ ਤਨ ਗਨ ਕੋ। ਤੇ ਜਦੋਂ ਦੀ ਇਹ ਹਕੂਮਤ ਰਾਜ ਕਰਦੀ ਆ ਰਹੀ ਹੈ, ਜਦੋਂ ਦੇ ਇਹ ਹੁਕਮਰਾਨ ਬਣੇ ਹਨ, ਉਦੋਂ ਤੋਂ ਹੀ ਹੁਣ ਤੱਕ ਇਹਨਾਂ ਨੇ ਇਸ ਪਰਜਾ ਦਾ ਇਉਂ ਕਹਿ ਲਈਏ ਬਹੁਤ ਖੂਨ ਪੀਤਾ ਹੈ, ਬਹੁਤ ਸਤਾਇਆ ਹੈ। ਜਿਵੇਂ ਪਿੱਛੇ ਵੀ ਜ਼ਿਕਰ ਆਇਆ ਸੀ ਕਿ ਜਦੋਂ ਤੋਂ ਇਹਨਾਂ ਨੇ ਰਾਜ ਕਰਨਾ ਸ਼ੁਰੂ ਕੀਤਾ ਹੈ, ਵੱਖ-ਵੱਖ ਤਰੀਕਿਆਂ ਦੇ ਨਾਲ ਸਮੇਂ ਦੀ ਹਕੂਮਤ ਨੇ ਆਮ ਪ੍ਰਜਾ ਦੇ ਉੱਪਰ ਕਰ ਲਾ ਦਿੱਤੇ ਨੇ। ਇੱਥੋਂ ਤੱਕ ਇਸਲਾਮੀਆਂ ਨੂੰ ਛੱਡ ਕਰਕੇ ਤੇ ਅਨਮਤਾਂ ਵਾਲਿਆਂ ਦੇ ਉੱਪਰ ਭਾਰੀ ਟੈਕਸ ਵੀ ਲਾ ਦਿੱਤੇ ਸਨ। ਤੇ ਇਹ ਵੀ ਕਹਿ ਦਿੱਤਾ ਸੀ ਵੀ ਜੇ ਕੋਈ ਇਸਲਾਮ ਧਰਮ ਧਾਰਨ ਕਰੇਗਾ ਤੇ ਉਹਨੂੰ ਇਹ ਨਹੀਂ ਦੇਣਾ ਪੈਣਾ, ਦੂਜੇ ਅਨਮਤ ਵਾਲੇ ਸਾਰੇ ਦੇਣਗੇ। ਸੋ ਇਸ ਵਿਧ ਸਮੇਂ ਦੇ ਜਿਹੜੇ ਉਹ ਲੋਕ ਸਨ ਜਿਹੜੇ ਇਸਲਾਮ ਤੋਂ ਨਹੀਂ ਹੋਰ ਧਰਮਾਂ ਦੇ ਨਾਲ ਸੰਬੰਧ ਰੱਖਦੇ ਸਨ, ਉਹਨਾਂ ਦਾ ਜੀਣਾ ਬਹੁਤ ਕਠਿਨ ਹੋ ਗਿਆ ਸੀ। ਇਤਨੀ ਹਾਲਤ ਪਤਲੀ ਹੋ ਗਈ ਵੀ 2 ਵਕਤ ਦਾ ਗੁਜ਼ਾਰਾ ਵੀ ਕਰਨਾ ਕਠਿਨ ਹੁੰਦਾ ਸੀ। ਸੋ ਇਸ ਵਿਧ ਜਦੋਂ ਤੋਂ ਇਹ ਹੁਕਮਰਾਨ ਬਣੇ ਹਨ ਨਾ, ਤੇ ਐਸੇ ਇਹਨਾਂ ਨੇ ਕਾਨੂੰਨ ਆਦਿਕ ਬਣਾਏ ਹਨ, ਐਸੇ ਕਾਰਜ ਕੀਤੇ ਹਨ ਕਿ ਜਿਹੜੀ ਪ੍ਰਜਾ ਹੈ ਉਹ ਬਹੁਤ ਦੁਖੀ ਹੈ, ਬਹੁਤ ਸਤੀ ਹੋਈ ਹੈ, ਕਿਉਂਕਿ ਉਹਨਾਂ ਨੂੰ ਜ਼ਬਰਦਸਤੀ ਸਤਾਇਆ ਜਾ ਰਿਹਾ ਹੈ ਜੀ। ਅਬੈ ਦੁਸ਼ਟਤਾ ਅਦ ਕੇ ਉਠਾਈ। ਲੇਕਿਨ ਉਹ ਸਭ ਕੁਝ ਤੇ ਜਿਹੜੀ ਪ੍ਰਜਾ ਹੈ ਉਹ ਇਹਨਾਂ ਹੁਕਮਰਾਨਾਂ ਦਾ ਬਰਦਾਸ਼ਤ ਕਰਦੀ ਆਈ ਹੈ। ਜਿਵੇਂ ਕਿਵੇਂ ਉਹ ਸਭ ਕੁਝ ਪ੍ਰਜਾ ਨੇ ਸਹਿ ਲਿਆ ਜੋ ਜੋ ਇਹਨਾਂ ਨੇ ਕੀਤਾ, ਲੇਕਿਨ ਹੁਣ
ਇਸ ਵਕਤ ਇਹਨਾਂ ਦੁਸ਼ਟਾਂ ਨੇ ਮਿਲ ਕਰਕੇ ਜੋ ਕੁਝ ਕੀਤਾ ਹੈ, ਇਉਂ ਕਹਿ ਲਈਏ ਵੀ ਇਸ ਕਰਮ ਦੀ ਅੱਤ ਕਰ ਦਿੱਤੀ ਹੈ। ਅੱਤ ਕੀ ਹੈ? ਹੁਣ ਤੇ ਕਹਿ ਹੀ ਦਿੱਤਾ ਵੀ ਜੇ ਇਸ ਦੇਸ਼ ਵਿੱਚ ਰਹਿਣਾ ਹੈ ਤੇ ਧਰਮ ਤਬਦੀਲ ਕਰੋ, ਵਰਨਾ ਮਰਨ ਲਈ ਤਿਆਰ ਹੋ ਜਾਓ, ਜਾਂ ਦੇਸ਼ ਨਿਕਾਲਾ, ਦੇਸ਼ ਛੱਡ ਦਿਓ। ਸੋ ਹੁਣ ਇਹਨਾਂ ਨੇ ਬਹੁਤ ਕਰੜਾ ਕਹਿ ਲਈਏ ਵੀ ਬੜੇ ਦੁੱਖ ਵਾਲਾ ਕਾਰਜ ਜਿਹੜਾ ਹੈ ਉਹ ਪ੍ਰਜਾ ਨਾਲ ਕੀਤਾ ਹੈ ਜੀ। ਚਾਹਤ ਹਿੰਦੂ ਤੁਰਕ ਬਣ ਆਈ, ਕਿਉਂਕਿ ਹੁਣ ਇਹ ਹੁਕਮਰਾਨ ਚਾਹੁੰਦੇ ਹਨ ਵੀ ਸਾਡੇ ਰਾਜ ਦੇ ਵਿੱਚ ਕੋਈ ਦੂਜੇ ਧਰਮ ਵਾਲਾ ਹੋਵੇ ਹੀ ਨਾ। ਇਹਨਾਂ ਦੀ ਚਾਹਨਾ ਇਹ ਹੈ ਕਿ ਜਿਤਨੇ ਵੀ ਇਸ ਹਿੰਦੂਸਤਾਨ ਦੇਸ਼ ਦੇ ਅੰਦਰ ਜਾਂ ਕਸ਼ਮੀਰ ਸੂਬੇ ਦੇ ਅੰਦਰ ਅਨਮਤ ਹਿੰਦੂ ਸਨਾਤਨੀ ਮਤ ਨਾਲ ਸੰਬੰਧਿਤ ਹਨ, ਸਭ ਤੁਰਕ ਬਣਾ ਲਏ ਜਾਣ ਤੇ ਇੱਕ ਸ਼ਰਾ ਦੀ ਕਲਮਾ ਪੜ੍ਹਨ ਤੇ ਇੱਕੇ ਮਤ ਵਾਲੇ ਇੱਥੇ ਇਸ ਦੇਸ਼ ਵਿੱਚ ਹੁਣ ਦੂਜਾ ਕੋਈ ਨਾ ਹੋਵੇ ਜੀ। ਸੋ ਇਸ ਵੇਲੇ ਇਹਨਾਂ ਨੇ ਇਹ ਬਹੁਤ ਮਾੜੇ ਕਾਰਜ ਪ੍ਰਾਰੰਭ ਕੀਤੇ ਹਨ। ਦੇਸ ਪਹਾੜਨ ਕੋ ਸਭ ਜਈ, ਤੇ ਮਹਾਰਾਜ ਜਿਹੜੇ ਪਹਾੜੀ ਦੇਸ਼ ਨੇ, ਕਿਉਂਕਿ ਕਸ਼ਮੀਰ ਦੇਸ਼ ਤੋਂ ਇਹ ਸਭ ਤੋਂ ਪਹਿਲਾਂ ਕਾਰਜ ਆਰੰਭਿਆ ਗਿਆ। ਸੋ ਉਧਰ ਜਿਤਨੇ ਵੀ ਅਨਮਤਾਂ ਵਾਲੇ ਮਨੁੱਖ ਹਨ, ਸਨਾਤਨੀ ਮਤ, ਹਿੰਦੂ ਮਤ ਜਿਹੜਾ ਹੈ ਉਹ ਮਤ ਨੂੰ ਧਾਰਨ ਕਰਨ ਵਾਲੇ ਜਿਤਨੇ ਵੀ ਮਨੁੱਖ ਉਸ ਦੇਸ਼ ਵਿੱਚ ਵਸਦੇ ਹਨ, ਧਰਮ ਵਿਗਾਰਜ ਮਨ ਪੇ ਤੇਈ, ਤੇ ਇਹ ਸਾਡਾ ਜਿਹੜਾ ਧਰਮ ਹੈ ਇਹ ਤੁਰਕ ਵਿਗਾੜਨਾ ਚਾਹੁੰਦੇ ਹਨ। ਭਾਵ ਸਾਡੇ ਧਰਮ ਨੂੰ ਤਬਦੀਲ ਕਰਵਾ ਕੇ ਤੇ ਆਪਣੇ ਧਰਮ ਵਿੱਚ ਲਿਆਉਣਾ ਚਾਹੁੰਦੇ ਹਨ ਜੀ। ਉਤਰੇ ਜਗ ਪੀਤ ਏਕ ਦਿਨ, ਤੇ ਇੱਕ ਦਿਨ ਸਾਡੇ ਧਰਮ ਦੀ ਰਹੁ ਰੀਤ ਦੇ ਅਨੁਸਾਰ ਕੋਈ ਜਗੋ ਪਵੀਤ, ਭਾਵ ਕੋਈ ਐਸਾ ਇਕੱਠ, ਜਿਵੇਂ ਹੈ ਪਿੱਛੇ ਜ਼ਿਕਰ ਆਇਆ ਸੀ ਪ੍ਰਸੰਗ ਵਿੱਚ ਕਿ ਜਿਹੜਾ ਇਕੱਠ ਕੀਤਾ ਗਿਆ ਤੇ ਉਸ ਇਕੱਠ ਦੇ ਅੰਦਰ ਸ਼ੇਰ ਅਫਗਾਨ ਨੇ ਹੁਕਮ ਕਰਕੇ ਤੇ 1.25 ਮਣ ਜੰਜੂ ਜਿਹੜੇ ਲਾ ਕੇ ਅੱਗ ਵਿੱਚ ਸਾੜੇ ਸਨ। ਸੋ ਇਹ ਇਤਨੇ ਜਿਹੜੇ ਕਰੜੇ ਕਾਰਜ ਨੇ, ਜਿਵੇਂ ਜ਼ਬਰਦਸਤੀ ਧਰਮ ਨੂੰ ਤਬਦੀਲ ਕਰਵਾਉਣਾ ਤੇ ਯੱਗੋਪਵੀਤ ਵਾਲੇ ਦਿਨ ਇਹ ਵੱਡਾ ਕਾਰਜ ਕਰਨਾ, ਇਹ ਸਾਡੇ ਲਈ ਬਹੁਤ ਦੁੱਖ ਦੀ ਬਾਤ ਹੈ ਜੀ। ਤੋਲਨ ਕਰੇ ਸੋ ਭੈ ਸਵਾਮਨ, ਜਿਸ ਵਕਤ ਤੋਂ ਜਿਹੜੇ ਧਰਮ ਦੇ ਨਿਸ਼ਾਨ ਜਿਹੜਾ ਇਹ ਸਨਾਤਨੀ ਮਤ ਵਾਲੇ ਵੀਰ ਆਪਣੇ ਗਲ ਵਿੱਚ ਜਨੇਊ ਪਾਉਂਦੇ ਹਨ, ਜਿਸ ਵਕਤ ਤੋਂ ਲਾ ਕੇ ਤੋਲੇ ਤੇ ਕੋਈ 1.25 ਮਣ ਜੰਜੂ ਹੋਏ ਸਨ, ਜੋ ਇਹਨਾਂ ਨੇ ਲਾ ਕਰਕੇ ਸਾਡੇ ਸਾੜ ਦਿੱਤੇ ਤੇ ਜਿਨ੍ਹਾਂ ਦੇ ਲਾਏ ਉਹਨਾਂ ਦੇ ਧਰਮ ਤਬਦੀਲ ਕਰਵਾ ਦਿੱਤੇ, ਉਹਨਾਂ ਨੂੰ ਤੁਰਕ ਮਤ ਵਿੱਚ ਲੈ ਆਂਦਾ ਜ਼ਬਰਦਸਤੀ ਜਾਂ ਮੌਤ ਦਾ ਭੈ ਦੇ ਕਰਕੇ, ਲਾਲਚ ਦੇ ਕਰਕੇ। ਸੋ ਇਸ ਵਿਧ ਇਹ ਸਭ ਕੁਝ ਹੁਣ ਕਸ਼ਮੀਰ ਦੀ ਧਰਤੀ ਤੇ ਇਸ ਵਕਤ ਵਰਤ ਰਿਹਾ ਹੈ ਜੀ। ਪੁਨਪੁਰ ਮੈਂ ਹਮ ਪਰ ਬਲ ਕਾਲਾ, ਤੇ ਉਸ ਤੋਂ ਬਾਅਦ ਅਸੀਂ ਜਿਹੜੇ ਇਸ ਦੇਸ਼ ਦੇ ਅੰਦਰ ਨਗਰ ਦੇ ਵਿੱਚ ਵਸਦੇ ਸਾਂ, ਸਾਡੇ ਉੱਪਰ ਵੀ ਬਹੁਤ ਭਾਰੀ ਬਲ ਵਰਤਿਆ ਗਿਆ। ਭਾਵ ਵਾਰ-ਵਾਰ ਯਤਨ ਕੀਤੇ ਗਏ ਹਨ, ਭਾਵਾਂ ਕਿ ਇਹ ਅਨੰਦਪੁਰ ਸਾਹਿਬ ਪਹੁੰਚੇ ਹਨ, ਪਰੰਤੂ ਅਨੰਦਪੁਰ ਸਾਹਿਬ ਪਹੁੰਚਣ ਤੋਂ ਪਹਿਲਾਂ ਵੀ ਇਹਨਾਂ ਨੂੰ ਸਮੇਂ ਦੇ ਹੁਕਮਰਾਨ ਸੂਬੇਦਾਰ ਸ਼ੇਰ ਅਫਗਾਨ ਤੋਂ 6 ਮਹੀਨਿਆਂ ਦੀ ਮੋਹਲਤ ਮੰਗਣੀ ਪਈ ਹੈ ਵੀ ਸਾਨੂੰ ਸਮਾਂ ਦਿੱਤਾ ਜਾਵੇ, ਉਹਦੇ ਵਿੱਚ ਅਸੀਂ ਕੁਝ ਹੱਲ ਕਰਾਂਗੇ, ਜੇ ਨਹੀਂ ਤੇ ਫਿਰ ਅਸੀਂ ਧਰਮ ਤਬਦੀਲ ਕਰ ਲਵਾਂਗੇ। ਸੋ ਇੱਦਾਂ ਮੋਹਲਤ ਲੈ ਕਰਕੇ ਇਹ ਸਮਾਂ ਜਿਹੜਾ ਉਹਦੇ ਤੋਂ ਲੈ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਮਹਾਰਾਜ ਕੀ ਹਜ਼ੂਰੀ ਵਿੱਚ ਪਹੁੰਚੇ ਹਨ। ਬਨੋ ਤੁਰਗ ਸੋ ਨਿਜ ਨਿਜ ਚਾਲਾ, ਤੇ ਕਹਿ ਦਿੱਤਾ ਗਿਆ ਹੈ ਵੀ ਜੇ ਇਸ ਦੇਸ਼ ਵਿੱਚ ਰਹਿਣਾ ਹੈ ਤੇ ਤੁਰਕ ਬਣ ਕੇ ਹੀ ਰਹਿਣਾ ਪੈਣਾ ਹੈ, ਹੋਰ ਕੋਈ ਹੱਲ ਸਾਡੇ ਪਾਸ ਹੁਣ ਨਹੀਂ ਹੈ ਜੀ। ਖਸ਼ਟ ਮਾਸ ਕੋ ਕਰ ਤਕਰਾਰ, ਤੇ ਇਸ ਕਾਨੂੰਨ ਨੂੰ ਅਪਣਾਉਣ ਤੋਂ ਪਹਿਲਾਂ, ਧਰਮ ਤਬਦੀਲ ਕਰਨ ਤੋਂ ਪਹਿਲਾਂ ਅਸੀਂ ਸੂਬੇਦਾਰ ਤੋਂ 6 ਮਹੀਨਿਆਂ ਦੀ ਮੋਹਲਤ ਜਿਹੜੀ ਹੈ ਉਹ ਮੰਗ ਕੇ ਤੇ ਆਪ ਜੀ ਕੀ ਹਜ਼ੂਰੀ ਅੰਦਰ ਪੁੱਜੇ ਹਾਂ। ਜਾਏ ਸ਼ਰਨੀ ਲਸ ਤ੍ਰਿਪਰਾਰ, ਜਾਏ ਸ਼ਰਨ, ਭਾਵ ਅਸੀਂ ਯਤਨ ਕੀਤਾ ਹੈ, ਵੱਖ-ਵੱਖ ਥਾਵਾਂ ਤੇ ਕੋਈ ਆਸਰੇ ਲੱਭੇ ਹਨ, ਕਿਉਂਕਿ ਇਸ ਤੋਂ ਪਹਿਲਾਂ ਅਮਰਨਾਥ ਵਾਲੇ ਪਾਸੇ ਵੀ ਗਏ ਹਨ। ਸੋ ਇਸ ਵੇਲੇ ਕੋਈ ਨਾ ਕੋਈ ਆਸਰਾ ਟੋਲਦੇ ਹੋਏ ਤੇ ਇੱਥੋਂ ਤੱਕ ਪੁੱਜੇ ਹਾਂ ਜੀ। ਅਸ਼ਟੋ ਦਿਵਸ ਬੈਠੇ ਤੈ ਰਹੇ, 8 ਦਿਨ ਅਸੀਂ ਉਸ ਸਨਾਤਨੀ ਮੰਦਰ ਅੰਦਰ, ਆਪਣੇ ਦੇਵਤੇ ਮਹਾਂਦੇਵ ਦੇ ਮੰਦਰ ਅੰਦਰ ਵੀ ਗੁਜ਼ਾਰੇ ਹਨ। ਖਾਨ ਪਾਨ ਕਿਨ ਹੋ ਨ ਲਹੇ, ਨਾ ਇਸ ਦੁੱਖ ਵਿੱਚ ਕਿਸੇ ਨੇ ਕੁਝ ਖਾਧਾ ਨਾ ਪੀਤਾ। ਇਉਂ ਕਹਿ ਲਈਏ ਵੀ ਇੱਕ ਭਾਰੀ ਤਪ ਵੀ ਅਸੀਂ ਕੀਤਾ ਹੈ ਕਿ ਕਿਤੇ ਸਾਨੂੰ ਕੋਈ ਰਸਤਾ ਮਿਲ ਜਾਵੇ, ਸਾਡਾ ਧਰਮ ਜੋ ਹੈ ਉਹ ਸਲਾਮਤ ਰਹਿ ਜਾਏ ਜੀ। ਪ੍ਰਾਤ ਪਤਰਿਕਾ ਤੈਤੇ ਪਾਈ, ਫਿਰ ਉੱਥੋਂ ਉਸ ਸਥਾਨ ਤੋਂ ਸਾਨੂੰ ਇੰਨੀ ਕੁ ਸੋਝੀ ਮਿਲੀ ਹੈ, ਇੰਨਾ ਕੁ ਗਿਆਨ ਮਿਲਿਆ ਹੈ ਵੀ ਸਾਡੀ ਜਿਹੜੀ ਇਹ ਸਮੱਸਿਆ ਹੈ ਉਹ ਕੇਵਲ ਆਪ ਜੀ ਕੇ ਘਰੋਂ, ਆਪ ਜੀ ਕੇ ਚਰਨਾਂ 'ਚੋਂ ਇਹਦਾ ਕੋਈ ਹੱਲ ਹੋ ਸਕਦਾ। ਸੋ ਇਹ ਸਾਨੂੰ ਇਹ ਜਿਹੜਾ ਇਲਮ ਹੋਇਆ ਤੇ ਇਸ ਦੇਸ਼ ਵਿੱਚ ਚੱਲ ਕੇ ਇਹ ਆਏ ਹਨ, ਇਹ ਸਭ ਉੱਥੋਂ ਸਾਨੂੰ ਪ੍ਰਾਪਤ ਹੋਇਆ ਹੈ। ਮਹਾਦੇਵ ਤੁਮ ਨਿਕਟ ਪਠਾਈ, ਚਲੋ ਸਾਡਾ ਇਉਂ ਕਹਿ ਲਈਏ ਵੀ ਇਹਨਾਂ ਦਾ ਉਹ ਮਹਾਦੇਵ ਦਾ ਮੰਦਰ ਹੈ,
ਪ੍ਰਮੁੱਖ ਮੰਦਰ ਹੈ ਸਨਾਤਨੀਆਂ ਦਾ। ਸੋ ਉਸ ਸਥਾਨ ਤੋਂ ਸਾਨੂੰ ਇਹ ਸੋਝੀ ਮਿਲੀ ਹੈ। ਹੁਣ ਕਿਸ ਵਿਧ ਮਿਲੀ ਹੈ, ਮੈਂ ਕੱਲ ਵੀ ਜ਼ਿਕਰ ਕੀਤਾ ਸੀ। ਕੁਝ ਵਿਦਵਾਨ ਕਹਿ ਦਿੰਦੇ ਨੇ ਜੀ ਆਕਾਸ਼ਬਾਣੀ ਹੋਈ, ਕੁਝ ਕਹਿੰਦੇ ਨੇ ਜੀ ਟੇਵਾ ਲਾਇਆ, ਕੁਝ ਕਹਿੰਦੇ ਨੇ ਇਹ ਵੀ ਜ਼ਿਕਰ ਮਿਲਦਾ ਹੈ ਵੀ ਜਿਹੜਾ ਇਹਨਾਂ ਦਾ ਮੁਖੀ ਆਗੂ ਤੁਰਿਆ ਸੀ, ਖਾਸ ਕਰਕੇ ਜਿਹੜੀ ਦਲੀਲ ਦੀ ਸਭ ਤੋਂ ਵੱਧ ਪੁਸ਼ਟੀ ਕੀਤੀ ਜਾਂਦੀ ਹੈ ਉਹਦੇ ਵਿੱਚ ਇਹ ਮਿਲਦਾ ਹੈ ਵੀ ਜਿਹੜਾ ਇਹਨਾਂ ਦੀ ਅਗਵਾਈ ਵਿੱਚ ਸ਼੍ਰੀ ਅਨੰਦਪੁਰ ਵਾਲੇ ਪਾਸੇ ਤੁਰਿਆ ਸੀ ਉਹਦਾ ਨਾਮ ਸੀ ਪੰਡਿਤ ਕਿਰਪਾ ਦੱਤ। ਤੇ ਪੰਡਿਤ ਕਿਰਪਾ ਦੱਤ ਉਹ ਪੁਰਖ ਹੈ ਜਿਹਨੂੰ ਬੜੇ ਲੰਬੇ ਸਮੇਂ ਤੋਂ ਕਹਿ ਲਈਏ ਪੀੜ੍ਹੀਆਂ ਤੋਂ ਬਾਬਾ ਨਾਨਕ ਸਾਹਿਬ ਜੀ ਦੀ ਅਜ਼ਮਤ ਦਾ ਪਤਾ ਹੈ, ਕਿਉਂਕਿ ਇਹ ਦਲੀਲ ਸਭ ਤੋਂ ਵੱਧ ਜਿਹੜੇ ਵਿਦਵਾਨ ਸੱਜਣ ਨੇ ਇਹਦੇ ਉੱਪਰ ਆਪਣੀ ਮੋਹਰ ਲਾਉਂਦੇ ਨੇ ਵੀ ਇਹ ਠੀਕ ਹੈ। ਬਾਕੀ ਆਕਾਸ਼ਬਾਣੀ ਜਾਂ ਹੋਰ ਗੱਲਾਂ ਮੌਖਿਕ ਤੌਰ ਤੋਂ ਬਹੁਤ ਕੁਝ ਇਤਿਹਾਸ ਵਿੱਚ ਪੜ੍ਹਨ ਨੂੰ ਮਿਲ ਜਾਂਦਾ ਹੈ ਜਾਂ ਲਿਖਿਆ ਹੋਇਆ ਮਿਲ ਜਾਂਦਾ ਹੈ, ਲੇਕਿਨ ਜੇਕਰ ਕਹੀਏ ਤੱਤ ਦੀ ਗੱਲ, ਜਿਹੜੀ ਇਤਿਹਾਸ ਦੀ ਕੜੀ ਸੁਚੱਜੇ ਢੰਗ ਨਾਲ ਜੁੜਦੀ ਹੈ ਉਹ ਇਹ ਹੈ ਕਿ ਇਹਨਾਂ ਦਾ ਮੁਖੀ ਕਸ਼ਮੀਰ ਦੀ ਧਰਤੀ ਤੋਂ ਬਣਿਆ ਸੀ ਪੰਡਿਤ ਕਿਰਪਾ ਦੱਤ, ਜਿਹੜਾ ਇਹਨਾਂ ਸਾਰਿਆਂ ਨੂੰ ਇਕੱਤਰ ਕਰਕੇ ਤੇ ਇੱਥੇ ਸ਼੍ਰੀ ਅਨੰਦਪੁਰ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿੱਚ ਲੈ ਕਰਕੇ ਆਇਆ। ਲੇਕਿਨ ਇਹ ਕਿਰਪਾ ਦੱਤ ਜਿਹੜਾ ਹੈ ਨਾ, ਇਹ ਕੋਈ ਇੱਕ ਨਹੀਂ, ਇਹ 4 ਪੀੜ੍ਹੀਆਂ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੁੜਿਆ ਹੋਇਆ ਪੰਡਿਤ ਸੀ। ਉਹ ਕਿਵੇਂ ਹੈ, ਕਿਉਂਕਿ ਜਦੋਂ ਅਸੀਂ ਤਵਾਰੀਖੀ ਹਵਾਲਾ ਵੇਖਦੇ ਹਾਂ, ਪੰਡਿਤ ਕਿਰਪਾ ਦੱਤ ਦਾ ਪਿਤਾ ਹੈ ਨਾਰਾਇਣ ਦਾਸ, ਨਾਰਾਇਣ ਦਾਸ ਦਾ ਪਿਤਾ ਹੈ ਅੜੂ ਰਾਮ, ਤੇ ਅੜੂ ਰਾਮ ਦਾ ਜਿਹੜਾ ਪੁੱਤਰ ਅੱਗੇ ਪਿਤਾ ਹੈ ਉਹ ਸੀ ਪੰਡਿਤ ਬ੍ਰਹਮਦਾਸ। ਤੇ ਪੰਡਿਤ ਬ੍ਰਹਮਦਾਸ ਉਹ ਬ੍ਰਹਮਦਾਸ ਹੈ ਜਿਹਨੂੰ ਕਿਸੇ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮਿਲੇ ਸਨ ਤੇ ਉਹਦੀ ਗੋਸ਼ਟ ਹੋਈ ਸੀ, ਕਿਉਂਕਿ ਉਹ ਉਸ ਵਕਤ ਬਹੁਤ ਹੰਕਾਰੀ ਮਨੁੱਖ ਸੀ, ਉਹਨੂੰ ਵਿੱਦਿਆ ਦਾ ਬੜਾ ਅਭਿਮਾਨ ਸੀ। ਸਾਡਾ ਇਤਿਹਾਸ ਕਹਿੰਦਾ ਪੰਡਿਤ ਬ੍ਰਹਮਦਾਸ ਜਦੋਂ ਕਿਤੇ ਜਾਂਦਾ ਸੀ ਨਾ ਤੇ 4 ਊਠ ਗ੍ਰੰਥਾਂ ਦੇ ਆਪਣੇ ਨਾਲ ਭਰ ਕੇ ਤੁਰਿਆ ਕਰਦਾ ਸੀ। ਲੇਕਿਨ ਜਿਸ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੀ ਉਹਦੇ ਨਾਲ ਗੋਸ਼ਟ ਹੋਈ ਨਾ, ਮਹਾਰਾਜ ਨੇ ਕਿਹਾ ਇੰਨੀਆਂ ਗਿਆਨ ਦੀਆਂ ਗੱਲਾਂ ਕਰਨ ਵਾਲਿਆ, ਤੂੰ ਲੋਕਾਂ ਨੂੰ ਸਮਝਾਉਣਾ, ਅਜੇ ਤੱਕ ਤੈਨੂੰ ਆਪ ਨੂੰ ਇਹਦੀ ਸਮਝ ਨਹੀਂ ਆਈ। ਸੱਚਮੁੱਚ ਸਤਿਗੁਰੂ ਜੀਆਂ ਨੇ ਉਹਦੇ ਉੱਪਰ ਐਸੀ ਕਿਰਪਾ ਕੀਤੀ, ਉਹਦਾ ਜਿਹੜਾ ਉਹ ਹੰਕਾਰ ਸੀ ਉਹਦਾ ਨਾਸ਼ ਕੀਤਾ ਤੇ ਉਹਨੂੰ ਆਪਣੇ ਚਰਨਾਂ ਨਾਲ ਜੋੜਿਆ। ਤੇ ਉਹ ਪੰਡਿਤ ਬ੍ਰਹਮਦਾਸ ਜਿਹੜਾ ਸੀ, ਫਿਰ ਅੱਗੇ ਸਾਡਾ ਇਤਿਹਾਸ ਕਹਿੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਿੱਖ ਹੋ ਗਿਆ। ਹੈ ਉਹ ਜਾਤੀ ਕਰਕੇ ਪੰਡਿਤ ਸੀ, ਲੇਕਿਨ ਸਿੱਖ ਹੋ ਗਿਆ ਤੇ ਗੁਰਮਤਿ ਦਾ ਪ੍ਰਚਾਰ, ਸੱਚ ਦਾ ਪ੍ਰਚਾਰ ਪ੍ਰਸਾਰ ਕਰਨ ਲੱਗਾ। ਫਿਰ ਉਹਦੀ ਜਿਵੇਂ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੀ ਰਹੀ, ਚੌਥੀ ਪੀੜ੍ਹੀ ਦੇ ਵਿੱਚ ਉਹਦੀ ਅੱਗੇ ਇਹ ਜਿਹੜਾ ਪੰਡਿਤ ਕਿਰਪਾ ਦੱਤ ਹੈ, ਜਦੋਂ ਅੱਤ ਦੀ ਮੁਸੀਬਤ ਬਣੀ ਤੇ ਇਤਿਹਾਸ ਦਾ ਇੱਕ ਹਵਾਲਾ ਸਾਨੂੰ ਇਹ ਦੱਸਦਾ ਵੀ ਫਿਰ ਇਹ ਕਿਰਪਾ ਦਾਸ ਆ ਕੇ ਕਹਿਣ ਲੱਗਾ ਵੀ ਹੁਣ ਇਸ ਵਕਤ ਜੇਕਰ ਕੋਈ ਸਾਡੇ ਧਰਮ ਦੀ ਰੱਖਿਆ ਕਰ ਸਕਦਾ ਤੇ ਉਹ ਕੇਵਲ ਸ਼੍ਰੀ ਗੁਰੂ ਤੇਗ ਬਹਾਦਰ ਗੁਰੂ ਨਾਨਕ ਸਾਹਿਬ ਜੀਆਂ ਦੀ ਜੋਤ ਹੈ। ਹੋਰ ਕੋਈ ਐਸਾ ਇਸ ਸੰਸਾਰ ਵਿੱਚ ਨਹੀਂ ਜਿਹੜਾ ਇਹ ਸਾਡੇ ਇਸ ਧਰਮ ਨੂੰ ਬਚਾ ਸਕੇ। ਸੋ ਇਸ ਢੰਗ ਦੇ ਨਾਲ ਇਹ ਸਾਰੇ ਇਕੱਤਰ ਹੋ ਕਰਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਹਜ਼ੂਰੀ ਅੰਦਰ ਪਹੁੰਚੇ ਹਨ ਤੇ ਇੱਥੇ ਆ ਕੇ ਇਹ ਵੀ ਕਹਿ ਰਹੇ ਹਨ ਕਿ ਇੱਥੇ ਸਾਨੂੰ ਜਿਹੜੀ ਸੋਝੀ ਹੈ ਉਸ ਸਥਾਨ ਤੋਂ ਮਿਲੀ ਹੈ। ਚਲੋ ਜਿਸ ਵਕਤ ਭਾਈ ਸੰਤੋਖ ਸਿੰਘ ਹੋਰਾਂ ਨੇ ਇਤਿਹਾਸ ਲਿਖਿਆ ਉਹਨਾਂ ਨੂੰ ਵੀ ਕੋਈ ਨਾ ਕੋਈ ਇਹ ਖਰੜਾ ਜ਼ਰੂਰ ਮਿਲਿਆ ਹੋਣਾ। ਸੋ ਇਸ ਵੇਦ ਕਹਿ ਰਹੇ ਹਨ ਵੀ ਅਸੀਂ ਇਸ ਤੋਂ ਪਹਿਲਾਂ ਅਮਰਨਾਥ ਗਏ ਸੀ, ਉੱਥੇ ਕੁਝ ਦਿਨ ਤਪ ਸਾਧਿਆ, ਕੁਝ ਦਿਨ ਬੈਠੇ ਹਾਂ, ਉੱਥੋਂ ਸਾਨੂੰ ਪੱਤਰਕਾ ਮਿਲੀ ਹੈ ਵੀ ਤੁਹਾਡਾ ਜਿਹੜਾ ਹੱਲ ਹੈ ਉਹ ਅਨੰਦਪੁਰ ਸਾਹਿਬ ਤੋਂ ਹੋ ਸਕਦਾ ਹੈ ਜੀ। ਇਮ ਕੈ ਸਤਿਗੁਰ ਆਗੈ ਧਰੀ। ਇਸ ਵੇਦ ਆਪਣੀ ਜਿਹੜੀ ਵਿਥਿਆ ਹੈ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਚਰਨਾਂ ਵਿੱਚ ਆ ਕਰਕੇ ਇਹਨਾਂ ਨੇ ਅਰਜ਼ ਗੁਜ਼ਾਰੀ ਹੈ ਜੀ। ਪਠਿਓ ਆਪ ਕੀ ਮਹਿਮਾ ਕਰੀ। ਆਪ ਜੀ ਦੀ ਵਡਿਆਈ ਹੈ, ਆਪ ਜੀ ਦੀ ਬਖਸ਼ਿਸ਼ ਹੈ, ਸ਼ਰਨ ਆਉਣ ਵਾਲਿਆਂ ਨੂੰ ਆਪ ਸਦੀਵ ਰੱਖਦੇ ਹੋ, ਸਹਾਰਾ ਦਿੰਦੇ ਹੋ। ਸੋ ਅਸੀਂ ਵੀ ਦੂਰ ਦੇਸ਼ ਤੋਂ ਚੱਲ ਕਰਕੇ ਆਪ ਜੀ ਕੀ ਹਾਜ਼ੂਰੀ ਅੰਦਰ ਪਹੁੰਚੇ ਹਾਂ। ਗਜ ਸਮ ਤੁਰਕ ਤੇਜ ਚੌਗਤਾ। ਜਿਹੜਾ ਇਸ ਵਕਤ ਤੁਰਕ ਹੁਕਮਰਾਨ ਬਣਿਆ ਹੋਇਆ ਹੈ, ਚੌਗਤਾ ਭਾਵ ਬਹੁਤ ਕੁਝੀਆਂ ਚਾਲਾਂ ਚੱਲ ਰਿਹਾ ਹੈ ਲੋਕਾਈ ਨੂੰ ਖਤਮ ਕਰਨ ਦੇ ਲਈ, ਜਾਂ ਹਿੰਦੁਸਤਾਨ ਦੇ ਅੰਦਰ ਕੇਵਲ ਇੱਕ ਹੀ ਮਜ਼ਹਬ ਰੱਖਣ ਦੇ ਲਈ ਉਹਨੇ ਬਹੁਤ ਯਤਨ ਕੀਤੇ ਹਨ। ਬਹੁਤ ਇਉਂ ਕਹਿ ਲਈਏ ਵੀ ਬੜੇ ਤਰੀਕੇ ਵਰਤ ਰਿਹਾ। ਤੇ ਇਕੱਲਾ ਇੱਕ ਗ੍ਰੰਥ ਦੀ ਪੁਸ਼ਟੀ ਨਹੀਂ, ਜੇ ਉਸ ਸਮੇਂ ਦੇ ਅਸੀਂ ਰਾਜਨੀਤਿਕ ਹਵਾਲੇ ਉਹਨਾਂ ਖਰੜਿਆਂ ਨੂੰ ਵਾਚਾਂਗੇ ਨਾ, ਤੇ ਔਰੰਗਜ਼ੇਬ ਨੇ ਉਸ ਸਮੇਂ ਐਸੇ ਬਹੁਤ ਕਾਨੂੰਨ ਬਣਾਏ ਨੇ ਜਿਨ੍ਹਾਂ ਕਰਕੇ ਇਸ ਹਿੰਦੁਸਤਾਨ ਦੀ ਜਿਹੜੀ ਪ੍ਰਜਾ ਹੈ, ਆਮ ਅਨ ਧਰਮਾਂ ਦੇ ਜਿਹੜੇ ਮਨੁੱਖ ਸਨ, ਉਹ ਤਰਾ ਤਰਾ ਕਰ ਉੱਠੇ। ਉਹਨਾਂ ਦੇ ਉੱਪਰ ਐਸੇ ਕਾਨੂੰਨ ਥੋਪ ਦਿੱਤੇ ਗਏ। ਖਾਸ ਕਰਕੇ ਰਾਜਨੀਤਿਕ ਹਵਾਲਾ ਸਾਨੂੰ ਦੱਸਦਾ 1668 ਦੇ ਅੰਦਰ ਔਰੰਗਜ਼ੇਬ ਨੇ ਸਭ ਤੋਂ ਪਹਿਲਾ ਕਾਨੂੰਨ ਆਪਣੀ ਪਾਰਲੀਮੈਂਟ ਵਿੱਚ ਪਾਸ ਕਰ ਦਿੱਤਾ ਸੀ ਕਿ ਇਸ ਹਿੰਦੁਸਤਾਨ ਦੇਸ਼ ਦੇ ਵਿੱਚ ਹਿੰਦੂ ਮਤ ਦੇ ਗ੍ਰੰਥਾਂ ਦੀ ਜਿਹੜੀ ਸਟੱਡੀ ਹੈ, ਜਿਹੜੀ ਪੜ੍ਹਾਈ ਹੈ, ਉਹ ਮੁਕੰਮਲ ਤੌਰ ਤੇ ਬੰਦ ਕਰ ਦਿੱਤੀ ਜਾਏ। ਕਿਤੇ ਕੋਈ ਨਹੀਂ ਪੜ੍ਹਾਏਗਾ, ਅਗਰ ਕੋਈ ਪੜ੍ਹਾਏਗਾ ਤੇ ਉਹਨੂੰ ਸਜ਼ਾਏ ਮੌਤ ਦਿੱਤੀ ਜਾਏਗੀ। ਇਸ ਵਿਧ ਫਿਰ ਇਹਨੇ ਸਾਰੇ ਵਿਦਿਆਲਿਆ ਬੰਦ ਕਰਵਾਏ
ਕੋਈ 1668 ਤੋਂ ਇਹ ਸਾਰੇ ਕਾਰਜ ਇਹਨੇ ਪਰਨੇ ਪ੍ਰਾਰੰਭ ਕੀਤੇ ਤੇ 1675 ਤੱਕ ਜਿੱਥੇ ਜਿੱਥੇ ਵੀ ਇਹਨੂੰ ਮੌਕਾ ਮਿਲਿਆ ਇਹ ਯਤਨ ਕਰਦਾ ਰਿਹਾ। ਪਰੰਤੂ ਹਾਂ, ਜਿਸ ਵਕਤ ਅੱਗੋਂ ਕਮਾਈ ਵਾਲਾ ਪੁਰਖ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਉੱਠ ਖੜੇ ਹੋਏ, ਫਿਰ ਇਹਦੇ ਸਾਰੇ ਯਤਨ ਖਤਮ ਹੋ ਗਏ। ਸੋ ਇਸ ਵਿਧਨਾ ਇਹਨੇ ਬਹੁਤ ਯਤਨ ਕੀਤੇ ਹਨ ਤੇ ਇਸ ਹਿੰਦੁਸਤਾਨ ਦੇਸ਼ ਦੀ ਪ੍ਰਜਾ ਨੂੰ ਸਤਾ ਰਿਹਾ ਹੈ, ਜਿਹਦੇ ਵਿੱਚ ਖਾਸ ਕਰਕੇ ਸਭ ਤੋਂ ਪਹਿਲਾਂ ਕਸ਼ਮੀਰ ਵਾਸੀ ਆਏ ਹਨ। ਹਿੰਦੂ ਧਰਮ ਤਰ ਕੋ ਭਿਖ ਮਤਾ। ਇਹ ਚਾਹੁੰਦਾ ਹੈ ਵੀ ਇਸ ਹਿੰਦੁਸਤਾਨ ਦੇ ਅੰਦਰੋਂ ਹਿੰਦੂ ਧਰਮ ਨੂੰ ਮੁਕਾ ਹੀ ਦਿੱਤਾ ਜਾਵੇ, ਕਿਉਂਕਿ ਇਹਨੂੰ ਹੁਣ ਸਾਡਾ ਧਰਮ ਹੀ ਚੰਗਾ ਨਹੀਂ ਲੱਗ ਰਿਹਾ। ਤੇ ਜਦੋਂ ਹੁਕਮਰਾਨ ਐਸੇ ਹੋ ਜਾਣ ਗੁਰਮੁਖੋ, ਸੱਚਮੁੱਚ ਉਦੋਂ ਆਪਾਂ ਵੇਖਾਂਗੇ ਸੰਸਾਰ ਵਿੱਚ ਉਹਨਾਂ ਧਰਮ ਵਾਸੀਆਂ ਦਾ, ਉਹਨਾਂ ਮਨੁੱਖਾਂ ਦਾ ਰਹਿਣਾ ਅਤ ਕਠਿਨ ਹੋ ਜਾਂਦਾ ਹੈ। ਇਕੱਲਾ ਅਸੀਂ ਉਸ ਵੇਲੇ ਦੀ ਗੱਲ ਹੀ ਨਾ ਕਰੀਏ, ਅਜੋਕੇ ਸਮੇਂ ਵਿੱਚ ਵੀ ਬਹੁਤ ਕੁਝ ਇਹ ਵਰਤ ਰਿਹਾ ਹੈ। ਜੇਕਰ ਅਸੀਂ ਗਹਿਰਾਈ ਨਾਲ ਵੇਖਾਂਗੇ ਨਾ, ਤੇ ਅਜੋਕੇ ਸਮੇਂ ਦੇ ਹੁਕਮਰਾਨ ਵੀ ਵੱਖ-ਵੱਖ ਦੇਸ਼ਾਂ ਵਿੱਚ ਆਪਣੇ ਧਰਮਾਂ ਦਾ ਪ੍ਰਚਾਰ ਇਸ ਤਰੀਕਿਆਂ ਦੇ ਨਾਲ ਕਰਦੇ ਬੈਠੇ ਨੇ। ਸੋ ਇਸ ਵਿੱਚ ਜਦੋਂ ਹੁਕਮਰਾਨ ਜ਼ਾਲਮ ਬਣ ਜਾਣ ਤੇ ਜਿਹਦੇ ਖਿਲਾਫ ਹੋ ਜਾਣ, ਫਿਰ ਉਹਦਾ ਜੀਣਾ ਸੰਸਾਰ ਵਿੱਚ ਬਹੁਤ ਕਠਿਨ ਹੁੰਦਾ ਹੈ ਜੀ। ਤੋਰਤ ਮੂਲ ਉਖਾਰਿਓ ਜੋਵਤ। ਤੋਰਤ ਮੂਲ ਭਾਵ ਸਾਨੂੰ ਸਾਡੇ ਮੂਲ ਨਾਲ ਵੀ ਉਖਾੜਨਾ ਚਾਹੁੰਦਾ ਹੈ, ਕਿਉਂਕਿ ਉਹ ਪੰਡਤ ਨੇ, ਉਹਨਾਂ ਦਾ ਧਰਮ ਹੈ ਸਨਾਤਨੀ ਮਤ ਹਿੰਦੂ ਮਤ ਨਾਲ ਸੰਬੰਧਿਤ ਨੇ, ਜਨਮ ਤੋਂ ਹੀ ਉਹ ਇਸ ਧਰਮ ਵਿੱਚ ਨੇ। ਤੇ ਹੁਣ ਸਾਨੂੰ ਸਾਡੇ ਮੂਲ ਤੋਂ ਤੋੜ ਕਰਕੇ ਤੇ ਆਪਣੇ ਧਰਮ ਵਿੱਚ ਪ੍ਰਵਰਤ ਕਰਨਾ ਚਾਹੁੰਦਾ, ਜੋ ਕਿ ਸਾਡੇ ਲਈ ਅਤ ਕਠਿਨ ਕਾਰਜ ਹੈ ਜੀ। ਬਲੀ ਕਹਿਰੀ ਤੁਮਰੇ ਹੋਵਤ। ਬਲੀ ਕਹਿਰੀ ਤੇ ਇਤਨਾ ਬਲਵਾਨ ਹੋ ਗਿਆ, ਰਾਜ ਸਿੰਘਾਸਨ ਪਾ ਕਰਕੇ, ਸੱਤਾ ਹਥਿਆ ਕਰਕੇ, ਫੌਜਾਂ ਆਦਿਕ ਬਣਾ ਕਰਕੇ, ਇਲਾਕਿਆਂ ਨੂੰ ਜਿੱਤ ਕਰਕੇ ਇਤਨਾ ਬਲੀ ਹੋ ਗਿਆ ਵੀ ਜਿਵੇਂ ਕੋਈ ਵੱਡਾ ਸ਼ੇਰ ਨਹੀਂ ਹੁੰਦਾ। ਕਹਿਰੀ ਸ਼ਬਦ ਵਰਤਿਆ ਜਾਂਦਾ ਸ਼ੇਰ ਦੇ ਲਈ। ਜਿਵੇਂ ਕੋਈ ਵੱਡਾ ਸ਼ੇਰ ਹੁੰਦਾ ਤੇ ਜਦੋਂ ਕਿਤੇ ਉਹ ਭਿਅੰਕਰ ਰੂਪ ਧਾਰਨ ਕਰਕੇ ਆਪਣੀ ਜੰਗਲ ਵਿੱਚ ਆਵੇ ਤੇ ਫਿਰ ਉੱਥੇ ਕਤੂਰ ਮਚਾ ਦਿੰਦਾ ਹੈ। ਉੱਥੋਂ ਦੇ ਜਿਹੜੇ ਦੂਸਰੇ ਜੀਵ ਹੁੰਦੇ ਨੇ ਨਾ, ਉਹਨਾਂ ਨੂੰ ਫਿਰ ਉੱਥੋਂ ਭੱਜਣਾ ਪੈਂਦਾ, ਨੱਸਣਾ ਪੈਂਦਾ, ਉਹ ਵਸਣ ਨਹੀਂ ਦਿੰਦਾ ਉਹਨਾਂ ਨੂੰ। ਸੋ ਐਸੀ ਹਾਲਾਤ ਹੋ ਚੁੱਕੀ ਹੈ ਹਿੰਦੁਸਤਾਨ ਦੇਸ਼ ਦੇ ਅੰਦਰ ਉਸ ਵਕਤ, ਜਿਸ ਵਕਤ ਆਪਾਂ ਕਹਿੰਦੇ ਹਾਂ ਨਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਦਮ ਕੀਤਾ, ਉਹਨਾਂ ਨੂੰ ਕਿਹਾ ਸੀ ਵੀ ਸੀਸ ਦੇਣਾ ਪਵੇਗਾ। ਸੋ ਇਸ ਵੇਲੇ ਐਸੀ ਹਾਲਾਤ ਹੋ ਚੁੱਕੀ ਹੈ, ਜਿਹੜਾ ਸਮੇਂ ਦਾ ਹੁਕਮਰਾਨ ਬਾਦਸ਼ਾਹ ਹੈ ਉਹ ਹੀ ਚਾਹੁੰਦਾ ਹੈ ਵੀ ਹੁਣ ਇੱਥੇ ਦੂਜਾ ਧਰਮ ਮੁਕਾਇਆ ਜਾਵੇ, ਤੇ ਇੱਕ ਸ਼ੇਰ ਦੀ ਤਰ੍ਹਾਂ ਉਹ ਇਹਨਾਂ ਆਮ ਲੋਕਾਂ ਦੇ ਉੱਪਰ ਟੁੱਟ ਕੇ ਪੈ ਰਿਹਾ ਹੈ, ਆਪਣੀ ਤਾਕਤ ਅਜਮਾ ਕਰਕੇ ਤੇ ਇਹਨਾਂ ਸਾਰਿਆਂ ਨੂੰ ਖਤਮ ਕਰਨ ਤੇ ਤੁਲਿਆ ਹੋਇਆ। ਤੁਸੀਂ ਵੇਖੋ ਕੱਲ ਦੇ ਦੀਵਾਨ ਵਿੱਚ ਸਾਖੀ ਆਈ ਸੀ, 1.25 ਮਣ ਜੰਜੂ ਲਾ ਕੇ ਅੱਗ 'ਚ ਸਾੜ ਦੇਣਾ। 4 ਧਾਗੇ ਹੁੰਦੇ ਨੇ, ਉਹ ਕੇਵਲ 4 ਧਾਗੇ, ਤੇ ਕਿੰਨੀ ਪਰਜਾ ਦਾ ਲਾਇਆ ਗਿਆ ਹੋਣਾ, ਤੇ ਉਹਦਾ ਜਿਹੜਾ ਵੇਟ ਹੈ ਉਹ 1.25 ਮਣ ਬਣਿਆ ਹੋਣਾ। ਕਿੰਨਿਆਂ ਮਨੁੱਖਾਂ ਦੇ ਗਲ 'ਚੋਂ ਉਹ ਧਾਗਾ ਲੱਥਾ ਹੋਵੇਗਾ ਤੇ ਉਹਦਾ ਵੇਟ ਜਿਹੜਾ ਹੈ ਉਹ 1.25 ਮਣ ਬਣਿਆ ਹੋਵੇਗਾ। ਤੇ ਜਿਨ੍ਹਾਂ ਮਨੁੱਖਾਂ ਦੇ ਗਲ ਦੇ ਅੰਦਰੋਂ ਉਹ ਧਾਗਾ ਜਨੇਊ ਧਰਮ ਦਾ ਚਿੰਨ੍ਹ ਉਤਾਰਿਆ ਗਿਆ ਹੈ, ਤੁਸੀਂ ਇਹ ਵੇਖੋ ਵੀ ਉਹਨਾਂ ਨੇ ਕਿੰਨੇ ਮੁਸ਼ਕਲ ਹੋ ਕੇ ਆਪਣੇ ਧਰਮ ਨੂੰ ਤਿਆਗਿਆ ਹੋਣਾ। ਉਹ ਕੋਈ ਸੁਭਾਵਕ ਥੋੜਾ ਹੀ ਨਾ ਸੀ। ਤੇ ਜਿਨ੍ਹਾਂ ਦੇ ਉੱਪਰ ਇਹ ਤਸ਼ੱਦਦ ਹੋ ਰਿਹਾ, ਜ਼ਬਰਦਸਤੀ ਹਕੂਮਤ ਜਿਨ੍ਹਾਂ ਦੇ ਉੱਪਰ ਇਹ ਕੁਝ ਕਰ ਰਹੀ ਹੈ, ਉਹ ਕਿੰਨੇ ਕੁ ਦੁਖੀ ਹੋਣਗੇ। ਕਿਉਂਕਿ ਵੇਖੋ ਬਾਕੀ ਜਿਤਨੇ ਵੀ ਦੁੱਖ ਨੇ ਸੰਸਾਰ ਦੇ ਮਨੁੱਖ ਔਖਾ ਸੌਖਾ ਝੱਲ ਲੈਂਦਾ, ਲੇਕਿਨ ਜਦੋਂ ਉਹਦੇ ਧਰਮ ਦੇ ਉੱਪਰ ਕੋਈ ਆਣ ਆ ਪਵੇ, ਕੁਝ ਐਸੀ ਮੁਸੀਬਤ ਆ ਪਵੇ, ਫਿਰ ਉਹਦੇ ਲਈ ਬਹੁਤ ਕਠਿਨ ਹੁੰਦਾ, ਕਿਉਂਕਿ ਉਹਦਾ ਮੂਲ ਹੀ ਨਾਸ ਹੋ ਜਾਂਦਾ ਹੈ, ਉਹਦੀ ਪਹਿਚਾਣ ਹੀ ਖਤਮ ਹੋ ਜਾਂਦੀ ਹੈ, ਉਹਦਾ ਸਭ ਕੁਝ ਖਤਮ ਹੋ ਜਾਂਦਾ, ਕਿਉਂਕਿ ਧਰਮ ਕਰਕੇ ਮਨੁੱਖ ਦੀ ਇੱਕ ਵੱਖਰੀ ਪਹਿਚਾਣ ਹੁੰਦੀ ਹੈ ਸੰਸਾਰ ਵਿੱਚ। ਯਤਨ ਕੀਤੇ ਨੇ, ਦੌੜ ਕੇ ਆਏ ਨੇ, ਮਹਾਰਾਜ ਜੀ ਕੀ ਹਜ਼ੂਰੀ ਵਿੱਚ ਪੁਕਾਰਾਂ ਕਰ ਰਹੇ ਨੇ, ਮਹਾਰਾਜ ਸਮੇਂ ਦਾ ਹੁਕਮਰਾਨ ਸਾਡਾ ਮੂਲ ਹੀ ਖਤਮ ਕਰਨਾ ਚਾਹੁੰਦਾ ਹੈ, ਸਾਡੇ ਕੋਲ ਹੁਣ ਕੋਈ ਹੋਰ ਰਸਤਾ ਨਹੀਂ ਹੈ, ਬਹੁਤ ਮੁਸ਼ਕਲ ਹੈ ਸਾਡੇ ਤੇ, ਆਪ ਕਿਰਪਾ ਕਰੋ, ਬਖਸ਼ਿਸ਼ ਕਰਕੇ ਸਾਡੀ ਲਾਜ ਰੱਖੋ ਜੀ। ਪਰੇ ਸ਼ਰਨ ਅਬ ਆਨ ਤੁਮਾਰੀ। ਆਪ ਜੀ ਕੀ ਸ਼ਰਨ ਦੇ ਅੰਦਰ ਆਨ ਬੈਠੇ ਹਾਂ ਜੀ। ਸਿਵ ਕੇ ਕਹੇ ਕਰੋ ਰਖਵਾਰੀ। ਤੇ ਹੁਣ ਆਪ ਹੀ ਸਾਡੀ ਸਿਵ ਬਣ ਕੇ, ਭਾਵ ਮਹਾਦੇਵ ਬਣ ਕੇ, ਦੇਵਾਂ ਦੇ ਦੇਵ, ਕਿਉਂਕਿ ਇੱਥੇ ਵੇਖੋ ਅਸੀਂ ਇਹ ਉਦਾਹਰਨ ਨਹੀਂ ਲੈਣਾ ਵੀ ਦੇਵਤਾ ਬਣ ਕੇ, ਕਿਉਂਕਿ ਦੇਵਤਾ ਤੇ ਦੇਵਤਾ ਨੇ ਗੁਰੂ ਸਿਰਮੌਰ ਸਾਰਿਆਂ ਦੇਵਤਾ ਤੋਂ ਵੱਡਾ ਹੈ। ਇਸ ਕਰਕੇ ਆਪ ਹੀ ਹੁਣ ਸਾਡੀ ਰਾਖੀ ਕਰੋ, ਆਪ ਹੀ ਸਾਡੇ ਲਈ ਸਾਰੇ ਭਗਵਾਨ ਹੋ ਜੀ। ਰਾਵਰ ਬਿਨਾ ਆਨ ਨਹਿ ਕੋਈ। ਤੇ ਅਰਦਾਸ ਕਰ ਰਹੇ ਸਨ ਮਹਾਰਾਜ, ਆਪ ਜੀਆਂ ਤੋਂ ਬਿਨਾ ਹੁਣ ਸਾਨੂੰ ਕੋਈ ਸਹਾਰਾ ਨਹੀਂ ਹੈ। ਤੇ ਸੱਚਮੁੱਚ ਜੇਕਰ ਉਸ ਸਮੇਂ ਦੇ ਹਾਲਾਤਾਂ ਨੂੰ ਵਾਚਾਂਗੇ ਨਾ, ਤੇ ਇਹ ਬਚਨ ਬਿਲਕੁਲ ਦਰੁਸਤ ਨੇ, ਕਿਉਂਕਿ ਧਰਮ ਤੇ ਸੰਕਟ ਆ ਪਿਆ ਹੈ,
ਹੁਕਮਰਾਨ ਤਲਵਾਰ ਕੱਢ ਕੇ ਬੈਠਾ ਹੈ ਵੀ ਜੇ ਮੇਰੇ ਦੇਸ਼ ਵਿੱਚ ਵਸਣਾ ਹੈ ਤੇ ਜਨੇਊ ਉਤਾਰੋ ਤੇ ਕਲਮਾ ਪੜੋ, ਹੋਰ ਕੋਈ ਰਸਤਾ ਨਹੀਂ ਹੈ। ਇਹਨੂੰ ਥੋੜ੍ਹਾ ਜਿਹਾ ਅੱਜ ਦੇ ਸਮੇਂ ਵਿੱਚ ਆਪਣੇ ਤੇ ਢੁਕਾ ਕੇ ਤੇ ਫਿਰ ਥੋੜ੍ਹਾ ਜਿਹਾ ਇਤਿਹਾਸ ਨੂੰ ਵਾਚ ਕੇ ਵੇਖਿਓ ਵੀ ਕਿੱਦਾਂ ਦੀ ਮੁਸ਼ਕਲ ਹੁੰਦੀ ਜੇ ਕੋਈ ਸਾਡੀ ਧੌਣ ਤੇ ਆ ਕੇ ਕਿਰਪਾਨ ਰੱਖ ਦੇਵੇ ਕਿ ਆਪਣਾ ਧਰਮ ਤਬਦੀਲ ਕਰੋ ਜੇ ਇਸ ਦੇਸ਼ ਵਿੱਚ ਰਹਿਣਾ ਹੈ। ਚਲੋ ਅਜੋਕੇ ਸਮੇਂ ਤਾਂ ਮੈਂ ਕਹਾਂਗਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ। ਉਹਨਾਂ ਨੇ ਇਸ ਜ਼ੁਲਮ ਨੂੰ ਐਸੀ ਠੱਲ ਪਾਈ ਸੀ ਵੀ ਰਹਿੰਦੀ ਦੁਨੀਆ ਤੱਕ ਕੋਈ ਬਾਦਸ਼ਾਹ ਕਿਸੇ ਦਾ ਜ਼ਬਰਦਸਤੀ ਧਰਮ ਤਬਦੀਲ ਨਹੀਂ ਕਰਵਾ ਸਕੇਗਾ, ਕਿਉਂਕਿ ਉਹਨਾਂ ਨੇ ਖਾਲਸਾ ਪੈਦਾ ਕਰ ਦਿੱਤਾ ਸੀ। ਅੱਜ ਵੀ ਜਦੋਂ ਕੋਈ ਯਤਨ ਕਰਦਾ ਨਾ ਗੁਰਮੁਖੋ, ਮੈਂ ਵਿੱਚ ਇਹ ਵੀ ਬੇਨਤੀ ਕਰਦਾ, ਯਤਨ ਅੱਜ ਵੀ ਹੁਕਮਰਾਨ ਬਹੁਤ ਕਰਦੇ ਨੇ, ਪਰੰਤੂ ਜਿਹੜੇ ਖਾਲਸੇ ਨੂੰ ਜਿਹੜੀ ਸ਼ਮਸ਼ੀਰ ਮਹਾਰਾਜ ਦੇ ਕਰਕੇ ਗਏ ਨੇ ਫਿਰ ਉਹਦਾ ਭੈ ਵੀ ਉਹਨਾਂ ਨੂੰ ਬਹੁਤ ਸਤਾਉਂਦਾ, ਕਿਉਂਕਿ ਇਹ ਖਾਲਸਾ ਹੀ ਹੈ। ਫਿਰ ਅੱਗੋਂ ਅੜ ਕੇ ਖੜਾ ਹੋ ਜਾਂਦਾ ਵੀ ਸਿਰ ਜ਼ਰੂਰ ਦੇ ਸਕਦੇ ਹਾਂ, ਲੇਕਿਨ ਤੁਹਾਡੀ ਇਸ ਹਕੂਮਤ ਦੇ ਡਰ ਤੋਂ ਧਰਮ ਨਹੀਂ ਤਬਦੀਲ ਕਰਾਂਗੇ। ਇਹ ਬਖਸ਼ਿਸ਼ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਹੈ, ਜੇਕਰ ਇਹਨੂੰ ਅਸੀਂ ਗਹੁ ਨਾਲ ਵਾਚਾਂਗੇ। ਸੋ ਇਸ ਵੇਦ ਬਹੁਤ ਮੁਸ਼ਕਲ ਹੈ ਉਹਨਾਂ ਤੇ ਬੇਨਤੀਆਂ ਕਰ ਰਹੇ ਨੇ। ਸਾਰਾ ਟੋਲਾ ਇਕੱਤਰ ਹੋ ਕਰਕੇ ਮਹਾਰਾਜ ਕੀ ਹਜ਼ੂਰੀ ਵਿੱਚ ਬੈਠਾ ਹੈਗੇ ਬ੍ਰਾਹਮਣ ਨੇ, ਸਨਾਤਨੀ ਮਤ ਨਾਲ ਸੰਬੰਧਿਤ ਹਿੰਦੂ ਬੇਨਤੀਆਂ ਕਰ ਰਹੇ ਨੇ, ਗੁਰੂ ਤੇਗ ਬਹਾਦਰ ਮਹਾਰਾਜ ਆਪ ਕਿਰਪਾ ਕਰੋ, ਸਾਡਾ ਧਰਮ ਰਹਿ ਸਕਦਾ, ਵਰਨਾ ਮਹਾਰਾਜ ਹੁਣ ਸਾਡੇ ਕੋਲ ਹੋਰ ਕੋਈ ਸਹਾਰਾ ਨਹੀਂ ਬਚਿਆ ਹੈ ਜੀ। ਸਮਰਥ ਬਲੀ ਜੋ ਰਖਿਅਕ ਹੋਈ, ਕਿਉਂਕਿ ਹੁਣ ਉਹੀ ਬਚਾ ਸਕਦਾ ਜਿਹੜਾ ਸਮਰੱਥ ਹੋਵੇ, ਉਹੀ ਬਚਾ ਸਕਦਾ ਜਿਹੜਾ ਬਲੀ ਹੋਵੇ, ਤੇ ਉਹੀ ਬਚਾ ਸਕਦਾ ਜਿਹੜਾ ਰੱਖਿਆ ਕਰਨੀ ਜਾਣਦਾ ਹੋਵੇ। ਕਿਉਂਕਿ ਮੁਸੀਬਤ ਐਸੀ ਹੈ ਕਿ ਇਹਦੇ ਵਿੱਚੋਂ ਜੇ ਕਹੀਏ ਵੀ ਕੋਈ ਲੜ ਝਗੜ ਕੇ ਕੋਈ, ਉਹ ਤੇ ਹੁਕਮਰਾਨਾਂ ਲਈ ਕੋਈ ਮੁਸ਼ਕਲ ਖੇਡ ਨਹੀਂ ਹੈ ਨਾ, ਕਿਉਂਕਿ ਉਹਨਾਂ ਕੋਲ ਫੌਜਾਂ ਵੀ ਨੇ, ਉਹਨਾਂ ਕੋਲ ਧਨ ਵੀ ਹੈ, ਉਹਨਾਂ ਕੋਲ ਜਥਾ ਸ਼ਕਤ ਹੈ। ਇਉਂ ਕਹਿ ਲਈਏ ਵੀ ਸਾਰੇ ਹਿੰਦੁਸਤਾਨ ਦੇਸ਼ ਦਾ ਸਿਸਟਮ ਉਹਨਾਂ ਦੇ ਹੱਥ ਵਿੱਚ ਹੈ ਤੇ ਉਹ ਜੋ ਚਾਹੁਣ ਕਰ ਸਕਦੇ ਨੇ, ਕੋਈ ਮੁਸ਼ਕਲ। ਲੇਕਿਨ ਇਹ ਉਹ ਬਚਾ ਸਕਦਾ ਜਿਹੜਾ ਸਮਰੱਥ ਹੋਵੇਗਾ, ਜਿਹੜਾ ਸਾਰੇ ਸਿਸਟਮ ਨੂੰ ਹਿਲਾਉਣਾ ਜਾਣਦਾ ਹੋਵੇਗਾ, ਜਿਹੜਾ ਸਾਰਿਆਂ ਦੇ ਅੱਗੇ ਖੜ ਕੇ ਇਸ ਫੈਸਲੇ ਦੀ ਵਿਰੋਧਤਾ ਕਰਨੀ ਜਾਣਦਾ ਹੋਵੇਗਾ। ਤੇ ਉਹ ਇਹਨਾਂ ਨੂੰ ਪਤਾ ਹੈ ਵੀ ਸੰਸਾਰ 'ਚ ਹੋਰ ਦੂਜਾ ਤੇ ਕੋਈ ਹੈ ਹੀ ਨਹੀਂ, ਕੋਈ ਹੋਰ ਦੇਸ ਹੀ ਨਹੀਂ ਰਿਹਾ। ਇਸ ਲਈ ਆਪ ਹੀ ਸਮਰੱਥ ਹੋ, ਆਪ ਹੀ ਬਲੀ ਹੋ, ਆਪ ਹੀ ਹੁਣ ਸਾਡੇ ਰਾਖੇ ਹੋ ਜੀ। ਏਕ ਆਸਰਾ ਆਪ ਗੁਸਾਈ, ਸਾਨੂੰ ਕੇਵਲ ਤੇ ਕੇਵਲ ਆਪ ਜੀ ਦਾ ਇੱਕੋ ਆਸਰਾ ਮਿਲਿਆ ਹੈ, ਤੇ ਇਸੇ ਆਸਰੇ ਨੂੰ ਤੱਕ ਕਰਕੇ ਅਸੀਂ ਦੂਰ ਦੇਸ਼ ਕਸ਼ਮੀਰ ਤੋਂ ਪੈਦਲ ਚੱਲਦੇ ਹੋਏ ਆਪ ਜੀ ਕੀ ਹਜ਼ੂਰੀ ਅੰਦਰ ਇੱਥੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਹਾਂ। ਕਹੋ ਬਾਂਡੂ ਬਤ ਸਭ ਜਾਈ, ਤੇ ਅਰਦਾਸਾ ਕਰ ਰਹੇ ਸਨ ਦੀਨ ਹੋ ਕਰਕੇ, ਕਿਉਂਕਿ ਇਸ ਸਮੇਂ ਅਸੀਂ ਇਹ ਕਹਿ ਸਕਦੇ ਹਾਂ ਵੀ ਅੰਦਰ ਤੋਂ ਬਿਲਕੁਲ ਢਲੇ ਪਏ ਹੋਣਗੇ। ਜਦੋਂ ਮਨੁੱਖ ਕੋਲ ਕੋਈ ਆਸਰਾ ਨਾ ਹੋਵੇ ਤੇ ਉਸ ਵਕਤ ਫਿਰ ਹਾਲਾਤ ਐਸੀ ਹੁੰਦੀ ਹੈ ਵੀ ਉਹ ਕਹਿੰਦਾ ਕੋਈ ਮੇਰੀ ਬਾਂਹ ਫੜ ਲਏ ਸਰੀ, ਕੋਈ ਮੈਨੂੰ ਸਹਾਰਾ ਦੇ ਦੇਵੇ ਸਰੀ। ਸੋ ਇਹ ਜਿਹੜੇ ਧਰਮ ਦੇ ਮੁਖੀ ਪੈਰੋਕਾਰ ਬ੍ਰਾਹਮਣ ਦਿਜਬਰ ਆਏ ਹਨ, ਆ ਕਰਕੇ ਅਰਦਾਸਾਂ ਕਰ ਰਹੇ ਹਨ, ਬੇਨਤੀਆਂ ਕਰ ਰਹੇ ਹਨ, ਗਹੋ ਬਾਹਾਂ, ਸਾਡੀ ਬਾਂਹ ਫੜੋ ਮਹਾਰਾਜ, ਸਾਨੂੰ ਸ਼ਰਨ ਦੇਵੋ, ਸਾਡੇ ਉੱਪਰ ਮਿਹਰ ਕਰੋ ਤਾਂ ਜੋ ਇਹ ਸਾਡਾ ਧਰਮ ਬਚ ਜਾਏ ਜੀ। ਨਿਜ ਕਰਨਾ ਤਰਨੀ ਬਰਤਰੋ, ਨਿਜ ਕਰਨਾ, ਆਪ ਜੀ ਆਪਣੀ ਅਗੰਮੀ ਕਿਰਪਾ, ਨਿਜ ਕਰਨਾ ਤੋਂ ਭਾਵ ਜਿਹੜੀ ਗੁਰੂ ਦੀ ਆਪਣੀ ਮੌਜ ਵਿੱਚ ਕਿਰਪਾ ਵਰਤ ਜਾਂਦੀ ਹੈ। ਨਿਜ ਕਰਨਾ ਦੇ ਭਾਵ ਇਹ ਨਹੀਂ ਜਦੋਂ ਕਿਤੇ ਗੁਰੂ ਤਰੁੱਠਦਾ ਹੈ ਨਾ, ਫਿਰ ਪਤਾ ਨਹੀਂ ਕਿੰਨਿਆਂ ਕੁ ਦੇ ਧਰਮ ਬਚਾ ਜਾਂਦੇ ਨੇ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਨਿਜ ਕਰਨਾ ਹੋਈ ਤੇ ਅੱਜ ਇਹ ਮੱਤ ਦੇ ਝੰਡੇ ਝੂਲ ਰਹੇ ਨੇ। ਵਰਨਾ ਜਿਵੇਂ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਲਿਖਿਆ ਨਾ, ਸਵਈਆ ਛਾਏ ਜਾਤੀ ਏਕਤਾ ਅਨੇਕਤਾ ਬਲੋਏ ਜਾਤੀ ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ ਧਰਮ ਧਰਕ ਜਾਤੇ ਬਰਨ ਗਰਕ ਜਾਤੇ। ਉਹਨਾਂ ਨੇ ਸਾਰਾ ਹਵਾਲਾ ਦਿੱਤਾ, ਕਹਿਣ ਲੱਗੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ। ਉਹ ਸਭ ਕੁਝ ਕਿਉਂ? ਹੁਣ ਜੇਕਰ ਤੁਹਾਡੀ ਨਿਜ ਕਰੁਣਾ ਹੁੰਦੀ ਹੈ ਤੇ ਸਾਡਾ ਧਰਮ ਬਚ ਸਕਦਾ ਹੈ, ਹੋਰ ਕੋਈ ਤਰੀਕਾ ਨਹੀਂ ਹੈ। ਨਿਜ ਕਰੁਣਾ, ਆਪਣੀ ਅਗੰਮੀ ਕਿਰਪਾ ਜਿਹੜੀ ਹੈ ਤਰਨੀ ਪਰ ਕਰੋ, ਇਸ ਧਰਤੀ ਤੇ, ਇਸ ਹਿੰਦੁਸਤਾਨ ਦੇਸ਼ ਤੇ ਆਪ ਕਰੋ। ਕਿਉਂਕਿ ਐਵੇਂ ਨਹੀਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਅਸੀਂ ਹਿੰਦ ਦੀ ਚਾਦਰ ਕਹਿ ਲੈਂਦੇ ਹਾਂ, ਜਾਂ ਕਵੀ ਸੈਨਾਪਤ ਨੇ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਵੀ ਸ਼ਬਦ ਵਰਤੇ ਨੇ। ਸੋ ਆਪ ਆਪਣੀ ਨਿਜ ਕਰੁਣਾ ਇਸ ਧਰਤੀ ਤੇ ਕਰੋਗੇ ਤੇ ਹੁਣ ਦੂਜਾ ਧਰਮ ਰਹਿ ਸਕਦਾ ਹੈ, ਵਰਨਾ ਹੁਣ ਹਾਲਾਤ ਐਸੇ ਨੇ ਵੀ ਧਰਮ ਬਚਾਉਣਾ ਸਭ ਕਿਸੇ ਲਈ ਕਠਿਨ ਹੈ ਜੀ। ਕਰਨ ਧਾਰ ਬਨ ਪਾਰ ਕਰੋ, ਕਰਨ ਧਾਰ ਤੋਂ ਭਾਵ ਅਰਥ ਇਹ ਨੇ ਕਿ ਜਿਵੇਂ ਇੱਕ ਮਲਾਹ ਬੇੜੀ ਵਿੱਚ ਬਹਿ ਕਰਕੇ ਤੇ ਆਪ ਆਪਣੇ ਹੱਥ 'ਚ ਚੱਪੂ ਫੜ ਕੇ ਬੇੜੀ ਨੂੰ ਤੋੜਦਾ ਹੈ ਨਾ, ਤੇ ਜੇਕਰ ਮਲਾਹ ਸਿਆਣਾ ਹੈ, ਸੂਝਵਾਨ ਹੈ, ਤੇ ਭਾਵੇਂ ਸਮੁੰਦਰ 'ਚ ਜਿੰਨੀਆਂ ਮਰਜ਼ੀ ਥੱਲਾਂ ਆ ਰਹੀਆਂ ਹੁਣ ਉਹ ਪਾਰ ਲਾ ਹੀ ਦਿੰਦਾ ਹੈ। ਭਾਵੇਂ ਦਰਿਆ ਜਿੰਨੇ ਮਰਜ਼ੀ ਹੜ ਵਗ ਰਿਹਾ ਹੁਣ,
ਮਲਾਹ ਜੇਕਰ ਸਿਆਣਾ ਸੂਝਵਾਨ ਹੈ ਤੇ ਉਹ ਬੇੜੀ ਡੁੱਬਣ ਨਹੀਂ ਦਿੰਦਾ। ਇਸ ਵਿਧ ਆਪ ਕਿਰਪਾ ਕਰੋ, ਕਰਨ ਧਾਰ ਬਨ ਪਰ ਹੈ ਕਰੋ। ਆਪ ਆਪਣੇ ਹੱਥ ਵਿੱਚ ਸਾਡੀ ਡੁੱਬਦੀ ਹੋਈ ਬੇੜੀ ਦਾ ਚੱਪੂ ਫੜੋ ਤੇ ਸਾਡੇ ਧਰਮ ਦੀ ਰੱਖਿਆ ਕਰੋ, ਸਾਡੀ ਬੇੜੀ ਪਾਰ ਲਾਓ। ਇਸ ਵਿਧ ਨਾ ਗੁਰਮੁਖੋ ਕਸ਼ਮੀਰ ਦੀਆਂ ਪੰਡਤਾਂ ਨੇ ਆ ਕਰਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਚਰਨਾਂ ਅੱਗੇ ਤਰਲੇ ਪਾਏ ਸਨ। ਅੱਜ ਜਦ ਭਾਵੇਂ ਉਹ ਧਰਮ ਵੀ ਮਹਾਰਾਜ ਜੀ ਦਾ ਉਪਕਾਰ ਭੁੱਲ ਚੁੱਕਾ ਤੇ ਬੜੇ ਸਾਰੇ ਵੱਖ-ਵੱਖ ਤਰੀਕਿਆਂ ਦੇ ਨਾਲ ਦਾਅਵੇ ਕਰ ਰਹੇ ਨੇ, ਪਰੰਤੂ ਇਹ ਕਿਰਪਾ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਸੀ, ਜਿਨ੍ਹਾਂ ਨੇ ਉਹਨਾਂ ਆਏ ਹੋਏ ਬ੍ਰਾਹਮਣਾਂ ਦੀ ਪੁਕਾਰ ਸੁਣ ਕੇ ਤੇ ਵਿਸ਼ਵਾਸ ਦੇ ਦਿੱਤਾ ਸੀ ਵੀ ਜਦੋਂ ਤੱਕ ਅਸੀਂ ਸੰਸਾਰ ਵਿੱਚ ਬੈਠੇ ਹਾਂ ਨਾ, ਤੁਹਾਡੇ ਧਰਮ ਨੂੰ ਰਤਾ ਵੀ ਖਤਰਾ ਨਹੀਂ, ਅਸੀਂ ਬਿਨਸਨ ਨਹੀਂ ਦੇਵਾਂਗੇ। ਸੋ ਜਿਵੇਂ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ, ਇੱਥੋਂ ਤੱਕ ਭਾਈ ਸੰਤੋਖ ਸਿੰਘ ਸਾਹਿਬ ਜੀ ਹੋਰਾਂ ਨੇ ਲਿਖਿਆ ਵੀ ਮਹਾਰਾਜ ਕੇ ਚਰਨਾਂ ਵਿੱਚ ਬੇਨਤੀਆਂ ਕਰ ਰਹੇ ਨੇ, ਪੁਕਾਰਾ ਕਰ ਰਹੇ ਨੇ, ਇੱਕ ਤੋਂ ਬਾਅਦ ਇੱਕ ਬੋਲ ਬੋਲ ਕੇ, ਜਿਵੇਂ ਵਾਰ-ਵਾਰ ਸਾਰੇ ਆਪਣੀ ਆਪਣੀ ਵਿੱਥਿਆ ਮਹਾਰਾਜ ਕੇ ਚਰਨਾਂ ਵਿੱਚ ਰੱਖ ਰਹੇ ਨੇ। ਸਤਿਗੁਰੂ ਸਹਿਜ ਸੁਭਾ ਸਾਰਿਆਂ ਦੀ ਪੁਕਾਰ ਸੁਣ ਰਹੇ ਸਨ। ਜਿਸ ਵਕਤ ਸਾਰਿਆਂ ਨੇ ਆਪਣੀ ਗੱਲ ਮੁਕੰਮਲ ਕੀਤੀ, ਫਿਰ ਕਿਰਪਾ ਦੇ ਘਰ ਅੰਦਰ ਆ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਬੋਲੇ ਹਨ। ਸੋ ਜਿਵੇਂ ਮਹਾਰਾਜ ਬੋਲੇ ਉਹ ਸਾਰੇ ਹਵਾਲੇ ਭਾਈ ਸਾਹਿਬ ਜੀਆਂ ਨੇ ਆਪਣੀ ਇਸ ਰਚਨਾ ਵਿੱਚ ਸਾਂਭੇ ਨੇ। ਆਪਾਂ ਯਤਨ ਕਰਾਂਗੇ ਅਗਲੇ ਦੀਵਾਨਾਂ ਵਿੱਚ ਵਿਸਤਾਰ ਸਹਿਤ ਸਾਰੀ ਵਿੱਥਿਆ ਆਪ ਸੰਗਤਾਂ ਦੇ ਨਾਲ ਇੱਦਾਂ ਸਾਂਝੀ ਕਰਨ ਦਾ। ਅੱਜ ਇੱਥੇ ਹੀ ਸਮਾਪਤੀ ਹੈ, ਸਮਾਂ ਹੋ ਚੁੱਕਿਆ। ਗੁਰਬਾਣੀ ਦੇ ਕੀਰਤਨ ਵੀ ਸਰਵਣ ਕਰਨੇ ਨੇ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਆਪ ਸੰਗਤ ਗੁਰਦੇਵ ਬਖਸ਼ ਲੈਣਾ ਜੀ। ਨਿਜ ਕਰਨਾ ਤਰਨੀ ਪਰ ਤਰੋ, ਕਰਨ ਧਾਰ ਤਨ ਪਾਰੈ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ